ਵੈਲਕਮ ਫਰੈਂਡਸ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਐਨਟੀਟੀ ਪ੍ਰੀ ਪ੍ਰਾਇਮਰੀ ਪੋਸਟਾਂ ਦੇ ਲਈ ਕਰਨ ਜਾ ਰਹੇ ਹਾਂ ਜੀ। ਐਨਟੀਟੀ ਪ੍ਰੀ ਪ੍ਰਾਇਮਰੀ ਪ੍ਰੀਵੀਅਸ ਐਗਜ਼ਾਮ ਰਾਜਸਥਾਨ 2013 ਬਹੁਤ ਹੀ ਇੰਪੋਰਟੈਂਟ ਹੈ। ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ। ਜੇਕਰ ਤੁਸੀਂ ਇਸ ਦਾ ਫਸਟ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਜੀ। ਆਓ ਸ਼ੁਰੂ ਕਰਦੇ ਹਾਂ ਜੀ। ਆਪਣਾ 31st ਕੁਐਸਚਨ ਹੈ, ਡਿਵੈਲਪਮੈਂਟ ਆਫ ਪ੍ਰੀ ਨੰਬਰ ਕੰਸੈਪਟ, ਬਿਗ ਸਮॉल, फैट थिन, लॉन्ग शॉर्ट, हाई लो, हैवी लाइट, मोर लैस, बिफोर आफ्टर आर रिलेटेड टू विच आसपैक्ट ऑफ फॉलोइंग डिवेलपमेंट। हाँ जी, ਆਪਾਂ ਨੇ ਦੱਸਣਾ ਹੈ ਜਿਹੜੀਆਂ ਇਹ ਪ੍ਰੀ ਨੰਬਰ ਕਨਸੈਪਟ ਨੇ ਸਾਰੀਆਂ ਹੀ ਇਹ ਕਿਸ ਤਰ੍ਹਾਂ ਦੇ ਵਿਕਾਸ ਦੇ ਨਾਲ ਜੁੜੀਆਂ ਹੋਈਆਂ ਨੇ। ਬਿਗ ਸਮॉल, फैट थिन, लॉन्ग शॉर्ट, हाई लो, हैवी लाइट, मोर लैस, बिफोर आफ्टर। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਕੰਗਨੀਟਿਵ ਡਿਵੈਲਪਮੈਂਟ ਦੇ ਨਾਲ ਜੁੜੀਆਂ ਹੋਈਆਂ ਨੇ ਜੀ। ਇਹ ਬੌਧਿਕ ਵਿਕਾਸ ਦੇ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ ਹੀ ਜਿਹੜੀਆਂ ਇਹ ਪ੍ਰੀ ਨੰਬਰ ਕਨਸੈਪਟ ਨੇ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਐਜ਼ ਪਰ ਵੈਲ ਨੋਨ ਡਿਵੈਲਪਮੈਂਟਲ ਸਾਈਕੋਲੋਜਿਸਟ ਜੀਨ ਪਿਆਜੇ, ਦ ਚਾਈਲਡ ਇਨ ਦੀ अर्ਲੀ ਚਾਈਲਡਹੁੱਡ ਐਜੂਕੇਸ਼ਨ ਸਟੇਜ ਇਜ਼ ਐਟ ਵਿਚ ਸਟੇਜ ਆਫ ਕਗਨੀਟਿਵ ਡਿਵੈਲਪਮੈਂਟ। ਹਾਂਜੀ, ਜੀਨ ਪਿਆਜੇ ਦੇ ਦੁਆਰਾ ਜਿਹੜੀਆਂ ਦਿੱਤੀਆਂ ਗਈਆਂ 4 ਸਟੇਜਸ ਨੇ ਕਗਨੀਟਿਵ ਡਿਵੈਲਪਮੈਂਟ ਦੀਆਂ, ਬੌਧਿਕ ਵਿਕਾਸ ਦੀਆਂ, ਉਹਨਾਂ ਦੇ ਵਿੱਚੋਂ ਕਿਹੜੇ ਸਟੇਜ ਦੇ ਉੱਪਰ ਪਾਇਆ ਜਾਂਦਾ ਹੈ ਜੀ अर्ਲੀ ਚਾਈਲਡਹੁੱਡ ਐਜੂਕੇਸ਼ਨ ਵਾਲਾ ਬੱਚਾ ਕਿਸ ਸਟੇਜ ਦੇ ਵਿੱਚ ਹੁੰਦਾ ਹੈ। ਤਾਂ ਆਪਣੀ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਪ੍ਰੀ ਆਪਰੇਸ਼ਨਲ ਸਟੇਜ, ਜੋ ਕਿ 2 ਤੋਂ ਲੈ ਕੇ 7 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਵਰ ਕਰਦੀ ਹੈ ਜੀ। ਪ੍ਰੀ ਆਪਰੇਸ਼ਨਲ ਸਟੇਜ ਉਸ ਦੇ ਵਿੱਚ ਹੀ ਸ਼ਾਮਿਲ ਹੈ ਜੀ अर्ਲੀ ਚਾਈਲਡਹੁੱਡ ਐਜੂਕੇਸ਼ਨ ਵਾਲਾ ਬੱਚਾ। ਤਾਂ ਆਪਣੀ ਆਪਸ਼ਨ ਬੀ ਹੈ ਬਿਲਕੁਲ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਸੀਕੁਐਂਸ਼ੀਅਲ ਥਿੰਕਿੰਗ, ਮੈਮਰੀ ਐਂਡ ਅਬਜ਼ਰਵੇਸ਼ਨ ਬਿਲੋਂਗਸ ਟੂ ਵਿਚ ਸੈਟ ਆਫ ਸਕਿੱਲਸ। ਹਾਂਜੀ, ਜਿਹੜੀ ਇਹ ਸੀਕੁਐਂਸ਼ੀਅਲ ਥਿੰਕਿੰਗ ਹੈ, ਕਰਮਵਾਰ ਸੋਚ ਹੈ, ਮੈਮਰੀ ਯਾਨੀ ਕਿ ਯਾਦ, ਅਬਜ਼ਰਵੇਸ਼ਨ ਨਿਰੀਖਣ, ਇਹ ਕਿਸ ਤਰ੍ਹਾਂ ਦੇ ਕੌਸ਼ਲ ਦੇ ਨਾਲ ਸੰਬੰਧਿਤ ਨੇ। ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਮੈਂਟਲ ਸਕਿੱਲਸ, ਮਾਨਸਿਕ ਕੌਸ਼ਲ, ਇਹਨਾਂ ਦੇ ਨਾਲ ਸੰਬੰਧਿਤ ਨੇ ਜੀ ਇਹ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। After narrating a story, a nursery teacher was encouraging the children to retell story in the correct sequence. By doing so, the nursery teacher wanted to promote primarily which aspect of development? हाँ जी, ਨਰਸਰੀ ਟੀਚਰ ਨੇ ਬੱਚਿਆਂ ਨੂੰ ਕਹਾਣੀ ਸੁਣਾਈ। ਉਸ ਤੋਂ ਬਾਅਦ ਬੱਚਿਆਂ ਨੂੰ ਸਹੀ ਕ੍ਰਮ ਦੇ ਵਿੱਚ ਉਹ ਕਹਾਣੀ ਸੁਣਾਉਣ ਦੇ ਲਈ ਕਿਹਾ ਗਿਆ ਨਰਸਰੀ ਅਧਿਆਪਕ ਦੇ ਦੁਆਰਾ। ਤਾਂ ਅਜਿਹਾ ਕਰਨ ਦੇ ਵਿੱਚ ਨਰਸਰੀ ਅਧਿਆਪਕ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਨੂੰ ਵਿਕਸਿਤ ਕਰਨਾ ਚਾਹੁੰਦਾ ਹੈ ਜੀ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਭਾਸ਼ਾ ਦਾ ਵਿਕਾਸ ਕਰਨਾ ਚਾਹੁੰਦਾ ਹੈ ਜੀ ਨਰਸਰੀ ਅਧਿਆਪਕ ਬੱਚਿਆਂ ਦੇ ਵਿੱਚ ਅਜਿਹਾ ਕਰਕੇ। ਤਾਂ ਆਪਣੀ ਆਪਸ਼ਨ ਏ ਬਿਲਕੁਲ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਸਕੂਲ ਰੈਡੀਨੈਸ ਕੰਸਿਸਟ ਆਫ। ਹਾਂਜੀ, ਆਪਣੇ ਦੱਸਣਾ ਹੈ ਸਕੂਲ ਰੈਡੀਨੈਸ ਦੇ ਵਿੱਚ ਕੀ ਸ਼ਾਮਿਲ ਹੈ। ਸਕੂਲ ਰੈਡੀਨੈਸ ਹੁੰਦਾ ਹੈ ਜੀ ਬੱਚੇ ਨੂੰ ਅਗਲੇ ਸਕੂਲ ਦੇ ਲਈ ਤਿਆਰ ਕਰਨਾ। ਪ੍ਰਾਇਮਰੀ ਸਕੂਲ ਦੇ ਲਈ, ਪ੍ਰੀ ਸਕੂਲ ਦੇ ਬੱਚੇ ਨੂੰ ਪ੍ਰਾਇਮਰੀ ਸਕੂਲ ਦੇ ਲਈ ਤਿਆਰ ਕਰਨਾ ਜੀ। ਤਾਂ ਪ੍ਰੀ ਸਕੂਲ ਦੇ ਬੱਚੇ ਦਾ ਬੇਸ ਬਣਾਉਣ ਦੇ ਲਈ ਕਿਸ ਤਰ੍ਹਾਂ ਦਾ ਜਿਹੜਾ ਚੀਜ਼ਾਂ ਨੇ ਉਹ ਕਰਵਾਈਆਂ ਜਾਂਦੀਆਂ ਨੇ ਜੀ ਸਕੂਲ ਰੈਡੀਨੈਸ ਦੇ ਲਈ। ਤਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ, ਆਲ ਆਫ ਦੀ ਅਬਵ। ਉਸ ਨੂੰ ਰੀਡਿੰਗ ਰੈਡੀਨੈਸ ਦੇ ਲਈ ਯਾਨੀ ਕਿ ਤਿਆਰ ਕੀਤਾ ਜਾਂਦਾ ਹੈ ਜੀ। ਰੀਡਿੰਗ ਦੇ ਲਈ, ਰਾਈਟਿੰਗ ਦੇ ਲਈ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬੇਸਿਕ ਜਿਹੜੇ ਨੰਬਰ ਕਨਸੈਪਟ ਨੇ ਉਹਨਾਂ ਦੇ ਲਈ ਤਿਆਰ ਕੀਤਾ ਜਾਂਦਾ ਹੈ ਜੀ। ਇਹ ਸਾਰੀਆਂ ਹੀ ਸਕੂਲ ਰੈਡੀਨੈਸ ਦੇ ਵਿੱਚ ਸ਼ਾਮਿਲ ਨੇ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦੀ ਇਨਵਾਇਰਮੈਂਟਲ ਫੈਕਟਰਸ ਵਿਚ ਅਫੈਕਟ ਕਗਨੀਟਿਵ ਡਿਵੈਲਪਮੈਂਟ ਇਨਕਲੂਡਸ। ਹਾਂਜੀ, ਕਿਹੜਾ ਵਾਤਾਵਰਨ ਕਾਰਕ ਹੈ ਬੌਧਿਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ ਜੀ, ਬੌਧਿਕ ਵਿਕਾਸ ਦੇ ਵਿੱਚ ਸ਼ਾਮਿਲ ਹੁੰਦਾ ਹੈ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ, ਸਾਰੇ ਹੀ ਜਿਹੜੇ ਕਾਰਕ ਨੇ ਇਹ ਬੌਧਿਕ ਵਿਕਾਸ ਨੂੰ ਪ੍ਰਭਾਵਿਤ ਕਰਦੇ ਨੇ। ਜਿਵੇਂ ਕਿ ਅਡਲਟ ਚਾਈਲਡ ਇੰਟਰੈਕਸ਼ਨ, ਵੱਡਿਆਂ ਅਤੇ ਬੱਚਿਆਂ ਦੇ ਵਿੱਚ ਗੱਲਬਾਤ, ਸੋਸ਼ਲ ਕਲਾਸ ਡਿਫਰੈਂਸਸ, ਸਮਾਜ ਦੇ ਵਿੱਚ ਜਿਹੜੇ ਸ਼੍ਰੇਣੀ ਦੇ ਵਿੱਚ ਆਪਸੀ ਫਰਕ ਨੇ ਉਹਨਾਂ ਦਾ ਵੀ ਕਗਨੀਟਿਵ ਵਿਕਾਸ ਦੇ ਉੱਪਰ ਯਾਨੀ ਕਿ ਬੌਧਿਕ ਵਿਕਾਸ ਦੇ ਉੱਪਰ ਪ੍ਰਭਾਵ ਪੈਂਦਾ ਹੈ ਜੀ। ਐਟੀਟਿਊਡ ਆਫ ਪੇਰੈਂਟਸ ਐਂਡ ਟੀਚਰ, ਮਾਤਾ ਪਿਤਾ ਅਤੇ ਅਧਿਆਪਕ ਦਾ ਕੀ ਨਜ਼ਰੀਆ ਬੱਚੇ ਦੇ ਪ੍ਰਤੀ, ਇਹ ਸਾਰੇ ਹੀ ਜਿਹੜੇ ਕਾਰਕ ਨੇ ਜੀ ਇਹਨਾਂ ਦਾ ਪ੍ਰਭਾਵ ਪੈਂਦਾ ਹੈ ਕਗਨੀਟਿਵ ਡਿਵੈਲਪਮੈਂਟ ਅਤੇ ਬੌਧਿਕ ਵਿਕਾਸ 'ਤੇ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਇਹਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ ਜੀ ਬਿਲਕੁਲ। ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ, ਵਾਈਲ ਦ ਸੀਕੁਐਂਸ ਆਫ ਕਗਨੀਟਿਵ ਡਿਵੈਲਪਮੈਂਟ ਇਜ਼ ਅਪੇਰੈਂਟਲੀ ਕੋਮਨ ਟੂ ਆਲ ਚਿਲਡਰਨ, ਦ ਰੇਟ ਆਫ ਡਿਵੈਲਪਮੈਂਟ ਇਜ਼ ਨਾਟ। ਹਾਂਜੀ, ਆਪਾਂ ਹੁਣੇ ਪੜ੍ਹ ਕੇ ਆਏ ਹਾਂ ਪਿਆਜੇ ਦੀਆਂ ਸਟੇਜਸ ਦੇ ਬਾਰੇ। 4 ਸਟੇਜਸ ਸੀਗੀਆਂ ਕਗਨੀਟਿਵ ਡਿਵੈਲਪਮੈਂਟ ਦੀਆਂ ਜੋ ਕਿ ਸਾਰੇ ਬੱਚਿਆਂ ਦੇ ਵਿੱਚ ਸੇਮ ਹੁੰਦੀਆਂ ਨੇ। ਸਾਰੇ ਬੱਚੇ ਉਹਨਾਂ ਸੇਮ ਸਟੇਜਸ ਦੇ ਵਿੱਚੋਂ ਦੀ ਗੁਜ਼ਰਦੇ ਨੇ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਕਰੈਕਟ ਹੈ ਜੀ, ਜੋ ਕਿ
ਦੱਸਿਆ ਗਿਆ ਕਿ ਕਗਨੀਟਿਵ ਡਿਵੈਲਪਮੈਂਟ ਹੈ ਜਿਹੜੀ ਅਪੇਰੈਂਟਲੀ ਕਾਮਨ ਹੁੰਦੀ ਹੈ ਸਾਰੇ ਬੱਚਿਆਂ ਦੇ ਵਿੱਚ, ਸੀਕੁਐਂਸ ਉਸਦੀ, ਠੀਕ ਹੈ ਜੀ। ਅਤੇ ਰੇਟ ਹੈ ਜਿਹੜਾ ਵਿਕਾਸ ਦਾ ਡਿਵੈਲਪਮੈਂਟ ਦਾ ਉਹ ਵੱਖੋ ਵੱਖਰਾ ਹੁੰਦਾ ਹੈ, ਯਾਨੀ ਕਿ ਸਾਰੇ ਬੱਚੇ ਨੇ ਜਿਹੜੇ ਵੱਖ-ਵੱਖ ਵਿਕਾਸ ਦਰ ਦੇ ਉੱਪਰ ਯਾਨੀ ਕਿ ਜਿਹੜਾ ਉਹਨਾਂ ਦਾ ਵਿਕਾਸ ਹੈ ਵੱਖ-ਵੱਖ ਦਰ ਦੇ ਉੱਪਰ ਚੱਲਦਾ ਹੈ ਜੀ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਰੀਜ਼ਨਿੰਗ, ਮੈਮਰੀ ਐਂਡ ਸੀਕੁਐਂਸ਼ੀਅਲ ਥਿੰਕਿੰਗ ਸਕਿੱਲਸ ਆਰ ਮੋਰ ਕੰਸਰਨਡ ਵਿਦ, ਹਾਂਜੀ ਜਿਹੜੀ ਇਹ ਰੀਜ਼ਨਿੰਗ ਹੁੰਦੀ ਹੈ ਜੀ, ਵਿਚਾਰ, ਮੈਮਰੀ, ਸਮ੍ਰਿਤੀ ਅਤੇ ਸੀਕੁਐਂਸ਼ੀਅਲ ਥਿੰਕਿੰਗ, ਕ੍ਰਮਵਾਰ ਸੋਚ, ਇਹ ਸਾਰੇ ਜਿਹੜੇ ਕੌਸ਼ਲ ਨੇ ਕਿਸ ਦੇ ਨਾਲ ਸੰਬੰਧਿਤ ਨੇ, ਕਿਸ ਤਰ੍ਹਾਂ ਦੇ ਵਿਕਾਸ ਦੇ ਨਾਲ ਸੰਬੰਧਿਤ ਨੇ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ, ਕਗਨੀਟਿਵ ਡਿਵੈਲਪਮੈਂਟ, ਬੌਧਿਕ ਵਿਕਾਸ ਦੇ ਨਾਲ ਸੰਬੰਧਿਤ ਨੇ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਹੈ ਜਿਹੜੀ ਬਿਲਕੁਲ ਕਰੈਕਟ ਹੈ ਜੀ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ, ਸਾਰੀਆਂ ਜਿਹੜੀਆਂ ਸਟੇਟਮੈਂਟਸ ਨੇ ਬਿਲਕੁਲ ਕਰੈਕਟ ਨੇ ਜੀ। 3 ਤੋਂ ਲੈ ਕੇ 6 ਸਾਲ ਦੀ ਜਿਹੜੀ ਉਮਰ ਦੇ ਬੱਚੇ ਨੇ ਜੀ, 3 ਤੋਂ ਲੈ ਕੇ 6 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਜੀ, ਉਹਨਾਂ ਦੇ ਵਿੱਚ ਜਿਹੜਾ ਕਗਨੀਟਿਵ ਡਿਵੈਲਪਮੈਂਟ ਹੈ, ਬੌਧਿਕ ਵਿਕਾਸ ਹੈ, ਉਸ ਅਵਸਥਾ ਦੇ ਵਿੱਚ ਹੁੰਦੇ ਹੋਏ ਉਹ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਦੂਸਰਿਆਂ ਦੀ ਵਿਚਾਰਧਾਰਾ ਦੇ ਨਾਲ ਨਹੀਂ ਮਿਲਦੀ ਹੁੰਦੀ ਜੀ, ਯਾਨੀ ਕਿ ਉਹ ਆਪਣੇ ਪੁਆਇੰਟ ਆਫ ਵਿਊ ਤੋਂ ਸੋਚਦੇ ਨੇ, ਆਪਣੇ ਪਰਸੈਪਸ਼ਨ ਤੋਂ ਸੋਚਦੇ ਨੇ ਜੀ, ਉਹ ਦੂਜਿਆਂ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਸੋਚਦੇ। ਇਸ ਤੋਂ ਇਲਾਵਾ 3 ਤੋਂ ਲੈ ਕੇ 6 ਸਾਲ ਦੇ ਬੱਚੇ ਨੇ ਜਿਹੜੇ ਬੌਧਿਕ ਵਿਕਾਸ ਦੇ ਪੱਖੋਂ ਆਪਾਂ ਕਹਿ ਸਕਦੇ ਹਾਂ ਅਹੰਕਾਰ ਪੂਰਨ ਹੁੰਦੇ ਨੇ। ਕਹਿਣ ਦਾ ਮਤਲਬ ਕੀ ਹੈ, ਈਗੋਸੈਂਟਰਿਕ ਹੁੰਦੇ ਨੇ, ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਜਿੱਦ ਕਰਦੇ ਨੇ। ਅਤੇ ਆਪਣਾ ਥਰਡ ਪੁਆਇੰਟ ਹੈ ਜੀ ਬਿਲਕੁਲ ਕਰੈਕਟ ਹੈ ਇਹ ਵੀ, ਜਿਹੜੇ 3 ਤੋਂ ਲੈ ਕੇ 6 ਸਾਲ ਦੀ ਉਮਰ ਦੇ ਬੱਚੇ ਨੇ ਜੀ, ਉਹਨਾਂ ਦੇ ਵਿੱਚ ਲੌਜੀਕਲ ਥਿੰਕਿੰਗ ਹੈ ਜਿਹੜੀ ਉਹ ਵਿਕਸਿਤ ਹਾਲੇ ਨਹੀਂ ਹੋਈ ਹੁੰਦੀ, ਯਾਨੀ ਕਿ ਉਹਨਾਂ ਨੂੰ ਠੀਕ ਜਾਂ ਗਲਤ ਬਾਰੇ ਨਹੀਂ ਪਤਾ ਹੁੰਦਾ ਜੀ, ਕਿਹੜੀ ਗੱਲ ਠੀਕ ਹੈ ਜਾਂ ਕਿਹੜੀ ਗਲਤ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਜਿਹੜੀ ਆਪਸ਼ਨ ਡੀ ਹੈ ਬਿਲਕੁਲ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਅਮੰਗ ਦਾ ਫੋਲੋਇੰਗ ਪੇਅਰ ਆਫ ਐਕਟੀਵਿਟੀਜ਼ ਇਜ਼ ਰਿਲੇਟਡ ਟੂ ਕਗਨੀਟਿਵ ਪ੍ਰੋਸੈਸ ਐਂਡ ਸਕਿੱਲ, ਹਾਂਜੀ ਕਿਹੜੀ ਗਤੀਵਿਧੀ ਬੌਧਿਕ ਪ੍ਰਕਿਰਿਆ ਅਤੇ ਕੌਸ਼ਲ ਦੇ ਨਾਲ ਜੁੜੀ ਹੋਈ ਆਪਾਂ ਨੇ ਦੱਸਣਾ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ, ਪ੍ਰੋਬਲਮ ਸੋਲਵਿੰਗ ਐਂਡ ਮੈਮਰੀ, ਯਾਨੀ ਕਿ ਸਮੱਸਿਆ ਨੂੰ ਸੁਲਝਾਉਣਾ ਅਤੇ ਉਸ ਨੂੰ ਯਾਦ ਰੱਖਣਾ, ਇਹ ਬੌਧਿਕ ਪ੍ਰਕਿਰਿਆ ਅਤੇ ਕੌਸ਼ਲ ਦੇ ਨਾਲ ਜੁੜੀ ਹੋਈ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਏ ਬਿਲਕੁਲ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਕਗਨੀਸ਼ਨ ਮੇਨਲੀ ਡੀਲਸ ਵਿਦ ਡਿਵੈਲਪਮੈਂਟ ਆਫ, ਹਾਂਜੀ ਜਿਹੜਾ ਇਹ ਸੰਗਿਆਨ ਹੈ ਇਹ ਕਿਸ ਤਰ੍ਹਾਂ ਦੇ ਵਿਕਾਸ ਦੇ ਨਾਲ ਜੁੜਿਆ ਹੋਇਆ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ, ਥੋਟ ਐਂਡ ਨੌਲੇਜ, ਵਿਚਾਰ ਅਤੇ ਗਿਆਨ ਦੇ ਵਿਕਾਸ ਦੇ ਨਾਲ ਜੁੜਿਆ ਹੋਇਆ ਜੀ ਕਗਨੀਸ਼ਨ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਰੀਡ ਦਾ ਫੋਲੋਇੰਗ ਸੈਂਟੈਂਸ ਐਂਡ ਟਿਕ ਦਾ ਕਰੈਕਟ ਵਨ, ਹਾਂਜੀ ਇਹਨਾਂ ਦੇ ਵਿੱਚੋਂ ਆਪਾਂ ਨੇ ਸਹੀ ਸੈਂਟੈਂਸ ਦੱਸਣਾ ਹੈ ਜੀ ਕਿਹੜਾ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਬੀ, ਪ੍ਰੀ ਸਕੂਲ ਚਿਲਡਰਨ ਕੈਨ ਨਾਟ ਰਿਵਰਸ ਦੇਅਰ ਥੋਟ ਪ੍ਰੋਸੈਸ, ਜਿਹੜੇ ਪ੍ਰੀ ਸਕੂਲ ਵਾਲੇ ਬੱਚੇ ਨੇ ਜੀ ਉਹ ਆਪਣੀ ਜਿਹੜੀ ਥੋਟ ਪ੍ਰੋਸੈਸ ਹੈ, ਸੋਚ ਪ੍ਰਕਿਰਿਆ ਹੈ, ਉਸ ਨੂੰ ਰਿਵਰਸ ਨਹੀਂ ਕਰ ਪਾਉਂਦੇ, ਉਲਟਾ ਨਹੀਂ ਪਾਉਂਦੇ। ਕਹਿਣ ਦਾ ਮਤਲਬ ਇਹ ਹੈ ਜੀ ਕਿ ਜੇਕਰ ਬੱਚੇ ਨੂੰ ਦੱਸਿਆ ਜਾਵੇ ਕਿ 2 + 3 5 ਹੈ, ਉਹ ਸਿੱਖ ਜਾਵੇ ਤਾਂ ਉਸ ਤੋਂ ਬਾਅਦ ਜੇਕਰ ਬੱਚੇ ਨੂੰ ਯਾਨੀ ਕਿ 3 + 2 ਦੀ ਜਿਹੜੀ ਧਾਰਨਾ ਹੈ ਇਹ ਬੱਚੇ ਨੂੰ ਨਹੀਂ ਪਤਾ ਲੱਗੇਗੀ ਸੇਮ ਟਾਈਮ 'ਤੇ ਕਿ ਇਹ ਇਸ ਦਾ ਜਿਹੜਾ ਜੋੜ ਹੈ ਉਹ ਵੀ 5 ਹੋਵੇਗਾ, ਤਾਂ ਯਾਨੀ ਕਿ ਉਹ ਆਪਣੀ ਥੋਟ ਪ੍ਰੋਸੈਸ ਨੂੰ ਰਿਵਰਸ ਨਹੀਂ ਕਰ ਪਾਉਂਦੇ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਜਿਹੜੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਹਾਂਜੀ ਇੱਕ ਪ੍ਰੀ ਸਕੂਲ ਅਧਿਆਪਕ ਦੇ ਦੁਆਰਾ ਬੱਚੇ ਦੇ ਲਈ ਬੱਚੇ ਦੇ ਲਈ ਪਿਕਚਰ ਕਾਰਡ ਨੇ ਜਿਹੜੇ ਡੇਲੀ ਰੂਟੀਨ ਦੇ ਉੱਪਰ ਉਹ ਤਿਆਰ ਕੀਤੇ ਗਏ ਨੇ, ਜਿਹੜੇ ਬੱਚਾ ਕੰਮ ਕਰਦਾ ਘਰ ਦੇ ਵਿੱਚ, ਜਿਵੇਂ ਕਿ ਉੱਠਣਾ, ਦੰਦ ਸਾਫ਼ ਕਰਨਾ, ਬ੍ਰੇਕਫਾਸਟ ਲੈਣਾ, ਲੰਚ ਲੈਣਾ, ਖੇਡਣਾ, ਡਿਨਰ ਕਰਨਾ ਅਤੇ ਸੌਣਾ। ਅਤੇ ਇਹ ਜਿਹੜੇ ਕਾਰਡ ਤਿਆਰ ਕੀਤੇ ਗਏ ਉਹ ਅਧਿਆਪਕ ਦੇ ਦੁਆਰਾ ਮਿਕਸ ਅਪ ਕਰ ਦਿੱਤੇ ਜਾਂਦੇ ਨੇ, ਰਲਾ ਮਿਲਾ ਦਿੱਤੇ ਜਾਂਦੇ ਨੇ ਜੀ। ਅਤੇ ਬੱਚੇ ਨੂੰ ਉਹਨਾਂ ਨੂੰ ਸੁਲਝਾਉਣ ਦੇ ਲਈ ਕਿਹਾ ਜਾਂਦਾ, ਸਹੀ ਕ੍ਰਮ ਦੇ ਵਿੱਚ ਲਗਾਉਣ ਲਈ ਕਿਹਾ ਜਾਂਦਾ, ਜਿਵੇਂ ਜਿਵੇਂ ਉਹ ਘਰ ਦੇ ਵਿੱਚ ਕੰਮ ਕਰਦਾ ਉਸ ਦੇ ਅਕੋਰਡਿੰਗ। ਤਾਂ ਇਹ ਇਸ ਤਰ੍ਹਾਂ ਦੀ ਜਿਹੜੀ ਗਤੀਵਿਧੀ ਕਰਵਾਉਣ ਦਾ ਕੀ ਮਕਸਦ ਆ, ਟੀਚਰ ਦੇ ਦੁਆਰਾ ਕਿਸ ਤਰ੍ਹਾਂ ਦਾ ਗਿਆਨ ਵਿਕਸਿਤ ਕਰਨਾ ਹੈ ਬੱਚੇ ਦੇ ਵਿੱਚ ਅਧਿਆਪਕ ਨੇ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਕੰਸੈਪਟ ਆਫ ਟਾਈਮ ਹੈ ਜਿਹੜੀ ਉਸ ਦਾ ਵਿਕਾਸ ਕਰਨਾ ਹੈ ਜੀ ਬੱਚੇ ਦੇ ਵਿੱਚ, ਟਾਈਮ ਦੀ, ਸਮੇਂ ਦੀ ਧਾਰਨਾ ਦਾ। ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਸਹੀ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਡਿਵੈਲਪਮੈਂਟ ਆਫ ਗੁੱਡ ਪਰਸਨਲ ਹੈਬਿਟਸ, ਕੰਟਰੋਲਿੰਗ ਆਫ ਇਮੋਸ਼ਨਸ ਐਂਡ ਡਿਵੈਲਪਿੰਗ ਕੁਆਲਿਟੀਜ਼ ਆਫ ਸੈਲਫ ਕੌਨਫੀਡੈਂਸ ਆਰ ਮੋਰ ਕੰਸਰਨਡ ਵਿਦ ਓਵਰਆਲ ਡਿਵੈਲਪਮੈਂਟ ਆਫ, ਹਾਂਜੀ ਆਪਾਂ ਨੇ ਦੱਸਣਾ ਹੈ ਜਿਹੜੀਆਂ ਪਰਸਨਲ ਹੈਬਿਟਸ ਨੇ, ਗੁੱਡ ਪਰਸਨਲ ਹੈਬਿਟਸ, ਉਹਨਾਂ ਦਾ ਵਿਕਾਸ, ਚੰਗੀਆਂ ਨਿੱਜੀ ਆਦਤਾਂ ਦਾ ਵਿਕਾਸ, ਆਪਣੇ ਭਾਵਨਾਵਾਂ ਨੂੰ ਕੰਟਰੋਲ ਕਰਨਾ
ਤੇ ਆਪਣੀ ਜਿਹੜੀ ਕੌਨਫੀਡੈਂਸ ਹੈ, ਸੈਲਫ ਕੌਨਫੀਡੈਂਸ ਹੈ, ਉਸ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਵਿਕਸਿਤ ਕਰਨਾ, ਇਹ ਕਿਸ ਤਰ੍ਹਾਂ ਦੇ ਵਿਕਾਸ ਦੇ ਨਾਲ ਜੁੜਿਆ ਹੋਇਆ ਹੈ, ਇਹ ਆਪਣੇ ਦੱਸਣਾ ਹੈ ਜੀ। ਆਪਣੀ ਆਪਸ਼ਨ ਸੀ ਬਿਲਕੁਲ ਕਰੈਕਟ ਹੈ ਜੀ। ਸਾਈਕੋ ਸੋਸ਼ਲ ਡਿਵੈਲਪਮੈਂਟ ਯਾਨੀ ਕਿ ਮਾਨਸਿਕ ਸਮਾਜਿਕ ਵਿਕਾਸ ਦੇ ਨਾਲ ਇਹ ਜੁੜਿਆ ਹੋਇਆ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਪੇਰੈਂਟ ਐਜੂਕੇਸ਼ਨ ਇਨ ਪ੍ਰੀ ਸਕੂਲ ਪ੍ਰੋਗਰਾਮ ਇਜ਼ ਇੰਪੋਰਟੈਂਟ ਐਜ਼, ਹਾਂਜੀ ਆਪਣੇ ਦੱਸਣਾ ਹੈ ਮਾਤਾ ਪਿਤਾ ਦੀ ਜਿਹੜੀ ਸਿੱਖਿਆ ਹੈਗੀ ਉਹ ਪ੍ਰੀ ਸਕੂਲ ਪ੍ਰੋਗਰਾਮ ਦੇ ਲਈ ਕਿਸ ਤਰ੍ਹਾਂ ਹੈਲਪਫੁਲ ਹੈ ਜੀ। ਜੇਕਰ ਮਾਤਾ ਪਿਤਾ ਪੜ੍ਹੇ ਲਿਖੇ ਨੇ ਤਾਂ ਉਹ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ ਬੱਚੇ ਦੀ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਆਲ ਆਫ ਦੀ ਅਬਵ। ਇਟ ਐਮਪਾਵਰਸ ਦੈਮ ਟੂ ਬੀ ਮੋਰ ਸਕਸੈਸਫੁਲ ਔਰ ਇਫੈਕਟਿਵ ਪੇਰੈਂਟਸ। ਜੇਕਰ ਮਾਤਾ ਪਿਤਾ ਪੜ੍ਹੇ ਲਿਖੇ ਨੇ ਤਾਂ ਉਹ ਇੱਕ ਪ੍ਰਭਾਵਸ਼ਾਲੀ ਮਾਤਾ ਪਿਤਾ ਅਤੇ ਸਫਲ ਮਾਤਾ ਪਿਤਾ ਬਣ ਸਕਦੇ ਨੇ। ਇਸ ਤੋਂ ਇਲਾਵਾ ਟੂ ਫਰਦਰ ਰੀਇਨਫੋਰਸ ਵਟ ਐਵਰ ਹੈਜ਼ ਬੀਨ ਅਚੀਵਡ ਐਟ ECE ਸੈਂਟਰ, ਜੋ ਬੱਚੇ ਨੇ ਪ੍ਰੀ ਸਕੂਲ ਦੇ ਵਿੱਚ ਸਿੱਖਿਆ ਹੈ ਉਸ ਨੂੰ ਹੋਰ ਵਧੀਆ ਢੰਗ ਦੇ ਨਾਲ ਘਰ ਦੇ ਵਿੱਚ ਬੱਚੇ ਨੂੰ ਸਿਖਾਉਣਾ, ਠੀਕ ਹੈ ਜੀ, ਕਰਵਾਉਣਾ। ਇਸ ਤੋਂ ਇਲਾਵਾ ਫॉर ਪ੍ਰੋਵਾਈਡਿੰਗ ਬੇਸਿਕ ਨੌਲੇਜ ਆਫ ਚਾਈਲਡ ਕੇਅਰ, ਬੱਚੇ ਦੀ ਦੇਖਭਾਲ ਕਿਵੇਂ ਕਰਨੀ ਆ ਉਹ ਮਾਤਾ ਪਿਤਾ ਨੂੰ ਯਾਨੀ ਕਿ ਪਤਾ ਲੱਗ ਜਾਂਦਾ ਹੈ ਜੀ ਜੇਕਰ ਉਹ ਪੜ੍ਹੇ ਲਿਖੇ ਨੇ। ਇੰਪੋਰਟੈਂਸ ਆਫ ਅਰਲੀ ਸਟੀਮੂਲੇਸ਼ਨ, ਬੱਚੇ ਨੂੰ ਸਿੱਖਣ ਦੇ ਵਿੱਚ ਕਿਸ ਤਰ੍ਹਾਂ ਮਦਦ ਕਰਨੀ ਹੈ, ਉਸ ਨੂੰ ਕਿਸ ਤਰ੍ਹਾਂ ਸਟੀਮੂਲੇਟ ਕਰਨਾ ਹੈ, ਉਕਸਾਹਟ ਪੈਦਾ ਕਰਨੀ ਹੈ ਉਸ ਦੇ ਵਿੱਚ। ਰੋਲ ਆਫ ਪੇਰੈਂਟਸ ਡਿਵੈਲਪਮੈਂਟ ਆਫ ਚਾਈਲਡ ਇਨ ਦਾ ਡਿਵੈਲਪਮੈਂਟ ਆਫ ਚਾਈਲਡ, ਬੱਚੇ ਦਾ ਵਿਕਾਸ ਕਿਸ ਤਰ੍ਹਾਂ ਕਰਨਾ ਹੈ। ਇਸ ਤਰ੍ਹਾਂ ਇੱਕ ਪੜ੍ਹੇ ਲਿਖੇ ਮਾਤਾ ਪਿਤਾ ਜ਼ਿਆਦਾ ਵਧੀਆ ਢੰਗ ਦੇ ਨਾਲ ਸਮਝ ਸਕਦੇ ਨੇ। ਇਹ ਸਾਰੀਆਂ ਹੀ ਚੀਜ਼ਾਂ ਦੇ ਵਿੱਚ ਪੇਰੈਂਟ ਐਜੂਕੇਸ਼ਨ ਇੰਪੋਰਟੈਂਟ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਪੇਰੈਂਟ ਇਨਵੋਲਵਮੈਂਟ ਕੈਨ ਬੀ ਸੌਟ ਬਾਏ ਆਂਗਨਵਾੜੀ ਵਰਕਰ ਬਾਏ ਵੇ ਆਫ, ਹਾਂਜੀ ਕਿਸ ਢੰਗ ਦੇ ਨਾਲ ਆਂਗਨਵਾੜੀ ਵਰਕਰ ਮਾਤਾ ਪਿਤਾ ਦੀ ਸ਼ਮੂਲੀਅਤ ਕਰਵਾ ਸਕਦਾ ਹੈ ਜੀ ECE ਦੇ ਵਿੱਚ, ਆਂਗਨਵਾੜੀ ਦੇ ਵਿੱਚ। ਤਾਂ ਆਪਣੀ ਇਸ ਕੁਐਸਚਨ ਦੇ ਅਕੋਰਡਿੰਗ ਆਪਸ਼ਨ ਡੀ ਬਿਲਕੁਲ ਕਰੈਕਟ ਹੈ ਜੀ। ਆਲ ਆਫ ਦੀ ਅਬਵ। ਮਾਤਾ ਪਿਤਾ ਨੂੰ ਇੱਕ ਵਿਕਲਪਿਕ ਅਧਿਆਪਕ ਦੇ ਵਜੋਂ ਉਸ ਦੀ ਹੈਲਪ ਲੈਣਾ, ਠੀਕ ਹੈ ਜੀ। ਇਸ ਤੋਂ ਇਲਾਵਾ ਬੱਚੇ ਦੀਆਂ ਗਤੀਵਿਧੀਆਂ ਦੇ ਲਈ ਵੇਸਟ ਜਾਂ ਰॉ ਮਟੀਰੀਅਲ ਘਰ ਦੇ ਵਿੱਚੋਂ ਉਹ ਦੇਣ ਦੇ ਲਈ ਮਾਤਾ ਪਿਤਾ ਨੂੰ ਕਹਿਣਾ ਜੀ, ਰਿਸੋਰਸਿਸ ਪ੍ਰੋਵਾਈਡ ਕਰਨ ਦੇ ਲਈ ਕਹਿਣਾ। ਇਸ ਤੋਂ ਇਲਾਵਾ ਐਜ਼ ਐਨ ਐਡੀਸ਼ਨਲ ਅਡਲਟ ਇਨ ਹੈਂਡਲਿੰਗ ਪ੍ਰੀ ਸਕੂਲ ਐਕਟੀਵਿਟੀਜ਼, ਹੋਰ ਜਿਹੜੀਆਂ ਪ੍ਰੀ ਸਕੂਲ ਐਕਟੀਵਿਟੀਜ਼ ਨੇ, ਗਤੀਵਿਧੀਆਂ ਨੇ ਪ੍ਰੀ ਸਕੂਲ ਦੀਆਂ, ਠੀਕ ਹੈ ਜੀ, ਉਹਨਾਂ ਨੂੰ ਹੈਂਡਲ ਕਰਨ ਦੇ ਵਿੱਚ ਮਾਤਾ ਪਿਤਾ ਦੀ ਹੈਲਪ ਲੈਣਾ। ਇਹ ਸਾਰੀਆਂ ਹੀ ਇਸ ਤਰ੍ਹਾਂ ਆਪਸ਼ਨਸ ਬਿਲਕੁਲ ਕਰੈਕਟ ਨੇ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। 47 ਕੁਐਸਚਨ ਹੈ ਜੀ। ਆਊਟ ਆਫ ਫੋਲੋਇੰਗ 4 ਸਰਵਿਸਿਜ਼ ਇਨ ਆਂਗਨਵਾੜੀ ਸੈਂਟਰ ਦ ਸਰਵਿਸ ਕੰਸਰਨਿੰਗ ਸਕੂਲ ਰੈਡੀਨੈਸ ਇਜ਼, ਹਾਂਜੀ ਬੱਚੇ ਨੂੰ ਜਿਹੜੀਆਂ 4 ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਆਂਗਨਵਾੜੀ ਦੇ ਵਿੱਚ, ਉਹਨਾਂ ਦੇ ਵਿੱਚੋਂ ਸਕੂਲ ਰੈਡੀਨੈਸ ਦੇ ਨਾਲ ਸੰਬੰਧਿਤ ਕਿਹੜੀ ਸੇਵਾ ਹੈ ਜੀ, ਉਹ ਆਪਾਂ ਨੇ ਦੱਸਣੀ ਹੈ। ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਨਾਨ ਫਾਰਮਲ ਪ੍ਰੀ ਸਕੂਲ ਐਜੂਕੇਸ਼ਨ, ਬੱਚੇ ਨੂੰ ਬਹੁਤ ਹੀ ਘੱਟ ਪਾਬੰਦੀਆਂ ਦੇ ਵਿੱਚ ਸਿੱਖਿਆ ਦੇਣਾ, ਖੁੱਲ੍ਹੇ ਵਾਤਾਵਰਨ ਦੇ ਵਿੱਚ ਸਿੱਖਿਆ ਦੇਣਾ ਜੋ ਕਿ ਬੱਚੇ ਨੂੰ ਸਕੂਲ ਰੈਡੀਨੈਸ ਦੇ ਲਈ ਤਿਆਰ ਕਰਦੀ ਹੈ, ਯਾਨੀ ਕਿ ਪ੍ਰੀ ਸਕੂਲ ਤੋਂ ਪ੍ਰਾਇਮਰੀ ਸਕੂਲ ਦੇ ਲਈ ਤਿਆਰ ਕਰਦੀ ਹੈ। ਤਾਂ ਇਹ ਜਿਹੜਾ ਪੁਆਇੰਟ ਹੈ ਆਪਸ਼ਨ ਏ ਹੈ ਬਿਲਕੁਲ ਕਰੈਕਟ ਹੈ ਜੀ। ਇਸ ਕੁਐਸਚਨ ਦੇ ਅਕੋਰਡਿੰਗ ਨਾਨ ਫਾਰਮਲ ਪ੍ਰੀ ਸਕੂਲ ਐਜੂਕੇਸ਼ਨ ਦੇਣਾ ਸਕੂਲ ਰੈਡੀਨੈਸ ਲਈ, ਸਕੂਲ ਰੈਡੀਨੈਸ ਦੇ ਨਾਲ ਸੰਬੰਧਿਤ ਹੈ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦੀ ECCE ਫੰਕਸ਼ਨਰੀ ਹੂ ਪ੍ਰੋਵਾਈਡਸ ICDS ਸਰਵਿਸਿਜ਼ ਐਟ ਆਂਗਨਵਾੜੀ ਸੈਂਟਰ ਇਜ਼ ਨੋਨ ਐਜ਼, ਹਾਂਜੀ ਆਂਗਨਵਾੜੀ ਸੈਂਟਰ ਦੇ ਵਿੱਚ ਜੋ ਕਿ ਸੇਵਾਵਾਂ ਪ੍ਰਦਾਨ ਕਰਦਾ ਹੈ ਜੀ ECCE ਅਧਿਕਾਰੀ, ਉਸ ਨੂੰ ਕੀ ਕਹਾਂਗੇ ਆਪਾਂ, ਉਸ ਨੂੰ ਕਹਾਂਗੇ ਜੀ ਆਂਗਨਵਾੜੀ ਵਰਕਰ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਕੋਆਪਰੇਟਿਵ ਪਲੇ ਇਜ਼ ਦਾ ਟਾਈਪ ਆਫ ਪਲੇ ਇਨ ਵਿਚ ਦਾ ਚਾਈਲਡ, ਹਾਂਜੀ ਜਿਹੜਾ ਸਹਿਯੋਗੀ ਸਹਿਕਾਰੀ ਖੇਡ ਹੁੰਦਾ ਹੈ ਜੀ ਉਸ ਦੇ ਵਿੱਚ ਕੀ ਸ਼ਾਮਿਲ ਹੈ, ਇਹਨਾਂ ਦੇ ਵਿੱਚੋਂ ਦੱਸਣਾ ਹੈ ਜੀ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਅੰਗੇਜ ਇਨ ਕਾਮਨ ਐਕਟੀਵਿਟੀ ਬਾਈ ਟਰਨ, ਸਹਿਯੋਗੀ ਖੇਡ ਦੇ ਵਿੱਚ ਬੱਚਾ ਆਪਣੇ ਆਪ ਨੂੰ ਵਿਅਸਤ ਰੱਖਦਾ ਹੈ ਜੀ ਕਾਮਨ ਐਕਟੀਵਿਟੀ ਦੇ ਵਿੱਚ, ਸਾਂਝੀ ਗਤੀਵਿਧੀ ਦੇ ਵਿੱਚ, ਵਾਰੀ ਦੇ ਮੁਤਾਬਕ ਆਪਣੀ ਵਾਰੀ ਦੇ ਨਾਲ ਇੱਕ ਸਾਂਝੀ ਗਤੀਵਿਧੀ ਦੇ ਵਿੱਚ ਸ਼ਾਮਿਲ ਰੱਖਦਾ ਬੱਚਾ ਆਪਣੇ ਆਪ ਨੂੰ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਇਨਫੋਰਮਲ ਕੰਟੈਕਟਸ ਵਿਦ ਪੇਰੈਂਟਸ ਮੇ ਬੀ ਮੇਡ, ਹਾਂਜੀ ਮਾਤਾ ਪਿਤਾ ਦੇ ਨਾਲ ਗੈਰ ਨਿਯਮਿਤ ਜਾਂ ਅਣਉਪਚਾਰਿਕ ਜਿਹੜੇ ਕੰਟੈਕਟ ਨੇ, ਸੰਬੰਧ ਨੇ, ਉਹ ਬਣਾਏ ਜਾ ਸਕਦੇ ਨੇ। ਕਿਹੜੀ ਆਪਸ਼ਨ ਸਹੀ ਹੈ ਜੀ ਦੱਸਣਾ ਹੈ। ਆਪਸ਼ਨ ਏ ਬਿਲਕੁਲ ਕਰੈਕਟ ਹੈ ਜੀ। ਡਿਊਰਿੰਗ ਡਰੋਪ ਆਫ ਐਂਡ ਪਿਕਅਪ ਟਾਈਮ, ਜਦੋਂ ਮਾਤਾ ਪਿਤਾ ਬੱਚੇ ਨੂੰ ਛੱਡਣ ਜਾਂ ਲੈਣ ਆਉਂਦੇ ਨੇ ਸਕੂਲ ਦੇ ਵਿੱਚੋਂ, ਪ੍ਰੀ ਸਕੂਲ ਦੇ ਵਿੱਚੋਂ, ਤਾਂ ਉਸ ਸਮੇਂ ਜਿਹੜੇ ਇਨਫੋਰਮਲ ਕੰਟੈਕਟ ਨੇ ਉਹ ਸਥਾਪਿਤ ਕੀਤੇ ਜਾ ਸਕਦੇ ਨੇ ਮਾਤਾ ਪਿਤਾ ਦੇ ਨਾਲ ਕੋਈ ਵੀ ਜਾਣਕਾਰੀ ਲੈਣ ਜਾਂ ਦੇਣ ਦੇ ਲਈ। ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ।
ਬਾਕੀ ਦੇ ਜਿਹੜੇ ਕੰਟੈਕਟ ਨੇ, ਜਿਸ ਤਰ੍ਹਾਂ ਕਿ ਸਟਿਕਿੰਗ ਇਨਫੋਰਮੇਸ਼ਨ ਔਨ ਬੁਲੇਟਿਨ ਬੋਰਡ, ਸਕੂਲ ਦੇ ਨੋਟਿਸ ਬੋਰਡ 'ਤੇ ਇਨਫੋਰਮੇਸ਼ਨ ਦੇਣਾ, ਜਾਂ ਫਿਰ ਮੈਸੇਜ ਭੇਜਣਾ ਬੱਚੇ ਦੀ ਅਕੋਂਪਲਿਸ਼ਮੈਂਟ ਦੇ ਲਈ, ਇਹ ਸਾਰੇ ਹੀ ਫਾਰਮਲ ਢੰਗ ਨੇ। ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਬਿਲਕੁਲ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਐਕਟੀਵਿਟੀਜ਼ ਟੂ ਪ੍ਰਮੋਟ ਪੇਰੈਂਟਸ ਪਾਰਟੀਸਪੇਸ਼ਨ ਇਨ ਪ੍ਰੀ ਸਕੂਲ ਸੈਂਟਰ ਮੇ ਇਨਕਲੂਡ। ਹਾਂਜੀ, ਮਾਤਾ ਪਿਤਾ ਦਾ ਜਿਹੜਾ ਸ਼ਮੂਲੀਅਤ ਆ ਉਸ ਨੂੰ ਵਧਾਉਣ ਦੇ ਲਈ ਕਿਹੜੀ ਗਤੀਵਿਧੀ ਹੈ ਜਿਹੜੀ ਅਪਣਾਈ ਜਾਵੇਗੀ ਜੀ। ਪ੍ਰੀ ਸਕੂਲ ਸੈਂਟਰ ਦੇ ਵਿੱਚ ਕਿਹੜੀ ਗਤੀਵਿਧੀ ਹੋਵੇਗੀ ਜਿਹੜੀ ਮਾਤਾ ਪਿਤਾ ਦੀ ਸ਼ਮੂਲੀਅਤ ਨੂੰ ਵਧਾਉਂਦੀ ਹੈ? ਤਾਂ ਆਪਣੀ ਆਪਸ਼ਨ ਡੀ ਬਿਲਕੁਲ ਕਰੈਕਟ ਹੈ ਜੀ। ਗਾਰਡਨਿੰਗ ਯਾਨੀ ਕਿ ਬਾਗਬਾਨੀ, ਇਸ ਤੋਂ ਇਲਾਵਾ ਆਰਗੇਨਾਈਜ਼ਿੰਗ ਬਾਲ ਮੇਲਾਜ਼, ਚਿਲਡਰਨਸ ਕੈਂਪ ਇਨ ਵਿਲੇਜ। ਮਾਤਾ ਪਿਤਾ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਲਈ ਬਾਲ ਮੇਲੇ ਨੂੰ ਆਯੋਜਿਤ ਕਰਨਾ ਅਤੇ ਜਾਂ ਬੱਚਿਆਂ ਦੇ ਕੈਂਪ ਨੂੰ ਆਯੋਜਿਤ ਕਰਨਾ। ਇਸ ਤੋਂ ਇਲਾਵਾ ਫੂਡ ਫੈਸਟੀਵਲ ਨੇ ਜਿਹੜੇ ਉਹਨਾਂ ਨੂੰ ਆਰਗੇਨਾਈਜ਼ ਕਰਨਾ, ਉਹਨਾਂ ਦਾ ਪ੍ਰਬੰਧ ਕਰਨਾ। ਇਹ ਸਾਰੀਆਂ ਹੀ ਜਿਹੜੀਆਂ ਗਤੀਵਿਧੀਆਂ ਨੇ ਮਾਤਾ ਪਿਤਾ ਦੀ ਸ਼ਮੂਲੀਅਤ ਨੂੰ ਵਧਾਉਣਗੀਆਂ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਾਟ ਆਰ ਦ ਸੋਸ਼ਲ ਬਿਹੇਵੀਅਰਸ ਫਾਊਂਡ ਇਨ ਚਿਲਡਰਨ ਡਿਊਰਿੰਗ ਅਰਲੀ ਚਾਈਲਡਹੁੱਡ ਈਅਰਸ। ਹਾਂਜੀ, ਅਰਲੀ ਚਾਈਲਡਹੁੱਡ ਪੂਰਵ ਬਾਲ ਅਵਸਥਾ ਦੇ ਵਿੱਚ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਜਿਕ ਜਿਹੜੇ ਵਿਵਹਾਰ ਨੇ ਉਹ ਪਾਏ ਜਾਂਦੇ ਨੇ ਇਹਨਾਂ ਦੇ ਵਿੱਚੋਂ? ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਆਲ ਆਫ ਦੀ ਅਬਵ। ਇਮੀਟੇਸ਼ਨ ਵੀ ਕਰਦੇ ਨੇ ਬੱਚੇ, ਇੱਕ ਦੂਜੇ ਨਾਲ ਚੀਜ਼ਾਂ ਵੀ ਸ਼ੇਅਰ ਕਰਦੇ ਨੇ, ਕੋਆਪਰੇਸ਼ਨ ਕਰਦੇ ਨੇ। ਇਸ ਤਰ੍ਹਾਂ ਇਹ ਸਾਰੀਆਂ ਹੀ ਆਪਸ਼ਨ ਬਿਲਕੁਲ ਕਰੈਕਟ ਨੇ ਜੀ। ਆਪਸ਼ਨ ਡੀ ਇਸ ਦੇ ਵਿੱਚ ਕਰੈਕਟ ਹੈ ਜੀ ਇਸ ਕੁਐਸਚਨ ਦੇ ਅਕੋਰਡਿੰਗ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਟ ਆਰ ਦ ਕਾਮਨ ਇਮੋਸ਼ਨਸ ਆਫ ਅਰਲੀ ਚਾਈਲਡਹੁੱਡ ਈਅਰਸ। ਹਾਂਜੀ, ਪੂਰਵ ਬਾਲ ਅਵਸਥਾ ਦੇ ਵਿੱਚ ਇਸ ਦੇ ਵਿੱਚੋਂ ਆਮ ਜਿਹੜੇ ਇਮੋਸ਼ਨਸ ਨੇ, ਭਾਵਨਾਵਾਂ ਨੇ ਬੱਚੇ ਦੇ ਵਿੱਚ ਹੁੰਦੀਆਂ ਨੇ, ਉਹ ਦੱਸਣੀ ਹੈ ਜੀ। ਇਸ ਦੇ ਵਿੱਚੋਂ ਕਿਹੜੀ ਹੈ? ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਆਲ ਆਫ ਦੀ ਅਬਵ। ਇਹ ਸਾਰੀਆਂ ਹੀ ਜਿਹੜੀਆਂ ਬੱਚੇ ਦੇ ਵਿੱਚ ਇਮੋਸ਼ਨਸ ਡਿਵੈਲਪ ਹੋਏ ਹੁੰਦੇ ਨੇ ਜੀ, ਜਿਵੇਂ ਕਿ ਐਂਗਰ, ਫੀਅਰ, ਜੋਏ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਫੈਕਟਰ ਇਨਫਲੂਐਂਸਿਸ ਦ ਇੰਟੈਂਸਿਟੀ ਐਂਡ ਫਰੀਕੁਐਂਸੀ ਆਫ ਇਮੋਸ਼ਨਸ ਇਨ ਅਰਲੀ ਚਾਈਲਡਹੁੱਡ ਈਅਰਸ। ਹਾਂਜੀ, ਪੂਰਵ ਬਾਲ ਅਵਸਥਾ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੇ ਜਿਹੜੇ ਕਾਰਕ ਨੇ ਬੱਚੇ ਦੀ ਭਾਵਨਾਵਾਂ ਦੀ ਜਿਹੜੀ ਤੀਬਰਤਾ ਹੈ, ਠੀਕ ਹੈ ਜੀ, ਉਸ ਦੀ ਆਵ੍ਰਿਤੀ ਹੈ, ਉਸ ਨੂੰ ਉਸ 'ਤੇ ਪ੍ਰਭਾਵ ਪਾਉਂਦੇ ਨੇ ਜੀ। ਯਾਨੀ ਕਿ ਉਸ ਦੀ ਜਿਹੜੀ ਤੀਬਰਤਾ ਹੈ ਉਸ ਨੂੰ ਵਧਾਉਂਦੇ ਨੇ, ਇੰਟੈਂਸਿਟੀ ਨੂੰ ਵਧਾਉਂਦੇ ਨੇ। ਤਾਂ ਇਹ ਸਾਰੇ ਹੀ ਜਿਹੜੇ ਪ੍ਰਭਾਵਿਤ ਕਰਦੇ ਨੇ। ਤਾਂ ਆਪਣੀ ਆਪਸ਼ਨ ਡੀ ਬਿਲਕੁਲ ਕਰੈਕਟ ਹੈ ਜੀ। ਸਮਾਜਿਕ ਜਿਹੜਾ ਵਾਤਾਵਰਨ ਹੈ ਜੀ ਘਰ ਦਾ, ਇਸ ਤੋਂ ਇਲਾਵਾ ਬੱਚੇ ਦਾ ਹਾਈਟ ਅਤੇ ਵੇਟ ਹੈ, ਇਸ ਤੋਂ ਇਲਾਵਾ ਹੈਰੀਡਿਟਰੀ ਫੈਕਟਰ, ਬੱਚੇ ਨੂੰ ਮਾਤਾ ਪਿਤਾ ਤੋਂ ਮਿਲੇ ਹੋਏ ਜਿਹੜੇ ਅਨੁਵੰਸ਼ਿਕ ਗੁਣ ਨੇ, ਇਹ ਸਾਰੀਆਂ ਹੀ ਜਿਹੜੀਆਂ ਗੱਲਾਂ ਨੇ, ਬੱਚੇ ਨੂੰ ਕਿੰਨਾ ਕੁ ਗੁੱਸਾ ਆਉਂਦਾ ਹੈ ਜਾਂ ਬੱਚਾ ਕਿੰਨਾ ਖੁਸ਼ ਹੁੰਦਾ ਹੈ, ਠੀਕ ਹੈ ਜੀ, ਕਿੰਨਾ ਡਰਦਾ ਹੈ, ਜਾਂ ਇਹ ਸਾਰੀਆਂ ਹੀ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਤੀਬਰਤਾ ਨੂੰ ਇਹ ਪ੍ਰਭਾਵਿਤ ਕਰਦੇ ਨੇ, ਸਾਰੇ ਹੀ ਕਾਰਕ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਐਟ ਵਿਚ ਸਟੇਜ ਅ ਚਾਈਲਡ ਗਿਵਜ਼ ਸੋਸ਼ਲ ਸਮਾਈਲ। ਹਾਂਜੀ, ਕਿਸ ਅਵਸਥਾ ਦੇ ਵਿੱਚ ਜਿਹੜਾ ਬੱਚਾ ਹੈ, ਕਿਸ ਉਮਰ ਦੇ ਵਿੱਚ ਜਿਹੜਾ ਬੱਚਾ ਹੈ ਉਹ ਸੋਸ਼ਲ ਸਮਾਈਲ ਦਿੰਦਾ ਹੈ ਜੀ, ਸਮਾਜਿਕ ਮੁਸਕਰਾਹਟ ਦਿੰਦਾ ਹੈ? ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ 2 ਤੋਂ 3 ਮਹੀਨੇ ਦੀ ਉਮਰ ਦੇ ਵਿੱਚ ਜਿਹੜਾ ਬੱਚਾ ਹੈ ਉਹ ਸੋਸ਼ਲ ਸਮਾਈਲ, ਸਮਾਜਿਕ ਮੁਸਕਰਾਹਟ ਦਿੰਦਾ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਨੋਨ ਸੋਸ਼ਲ ਪਲੇ ਇਨ ਅਰਲੀ ਚਾਈਲਡਹੁੱਡ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੀ ਖੇਡ ਹੈ ਜੀ, ਕਿਹੜਾ ਪਲੇ ਹੈ ਜਿਹੜਾ ਬੱਚੇ ਦਾ ਸਮਾਜਿਕ ਵਿਕਾਸ ਕਰਨ ਦੇ ਵਿੱਚ ਜ਼ਿਆਦਾ ਹੈਲਪਫੁਲ ਨਹੀਂ ਹੁੰਦਾ ਜੀ, ਬੱਚਾ ਦੂਸਰਿਆਂ ਦੇ ਨਾਲ ਰਲ ਮਿਲ ਕੇ ਨਹੀਂ ਖੇਡਦਾ? ਤਾਂ ਆਪਣੀ ਆਪਸ਼ਨ ਏ ਬਿਲਕੁਲ ਕਰੈਕਟ ਹੈ ਜੀ, ਪੈਰਲਲ ਪਲੇ। ਇਹ ਇੱਕ ਨੋਨ ਸੋਸ਼ਲ ਪਲੇ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਮਨੀਪੂਲੇਸ਼ਨ ਆਫ ਆਬਜੈਕਟ ਟੂ ਕ੍ਰੀਏਟ ਸਮਥਿੰਗ ਇਜ਼ ਕਾਲਡ। ਹਾਂਜੀ, ਵਸਤੂਆਂ ਨੂੰ ਹੇਰ ਫੇਰ ਕਰਕੇ ਕੁਝ ਵੀ ਬਣਾਉਣ ਦੀ ਜਿਹੜੀ ਕਿਰਿਆ ਹੈ ਉਸ ਨੂੰ ਕੀ ਕਿਹਾ ਜਾਵੇਗਾ ਜੀ? ਬੱਚਾ ਜਦੋਂ ਕਿਸੇ ਵੀ ਚੀਜ਼ ਨੂੰ ਆਪਣੇ ਤਰੀਕੇ ਦੇ ਨਾਲ ਹੇਰ ਫੇਰ ਕਰਕੇ ਉਸ ਨੂੰ ਨਵੀਂ ਕੋਈ ਚੀਜ਼ ਬਣਾਉਣ ਦੇ ਲਈ ਕੋਸ਼ਿਸ਼ ਕਰਦਾ ਹੈ, ਤਾਂ ਉਹ ਕਿਸ ਤਰ੍ਹਾਂ ਦਾ ਪਲੇ ਹੈ ਜੀ ਬੱਚੇ ਦਾ? ਤਾਂ ਦੱਸਣਾ ਹੈ ਆਪਾਂ ਨੇ। ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ, ਕੰਸਟਰਕਟਿਵ ਪਲੇ ਹੈ ਜੀ, ਉਸ ਨੂੰ ਰਚਨਾਤਮਕ ਖੇਲ ਕਹਾਂਗੇ ਜੀ ਆਪਾਂ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਅਕੋਰਡਿੰਗ ਟੂ ਬਰਾਉਨ-ਫੇਰ-ਬੈਨਰਜ਼ ਇਕੋਲੋਜੀਕਲ ਮਾਡਲ ਮਾਈਕਰੋ ਸਿਸਟਮ ਰੈਫਰਸ ਟੂ। ਹਾਂਜੀ, ਆਪਾਂ ਨੇ ਦੱਸਣਾ ਹੈ ਬਰਾਉਨ-ਫੇਰ-ਬੈਨਰਜ਼ ਦਾ ਜਿਹੜਾ ਪ੍ਰਸਥਿਤਿਕ ਮਾਡਲ ਹੈ ਉਸ ਦੇ ਅਨੁਸਾਰ ਮਾਈਕਰੋ ਸਿਸਟਮ ਕਿਸ ਚੀਜ਼ ਵੱਲ ਇਸ਼ਾਰਾ ਕਰਦਾ ਹੈ ਜੀ? ਆਪਾਂ ਨੇ ਦੱਸਣਾ ਹੈ ਕਿਸ ਦੇ ਨਾਲ ਇਹ ਜਿਹੜਾ ਮਾਡਲ ਸੰਬੰਧਿਤ ਹੈ ਬਰਾਉਨ-ਫੇਰ-ਬੈਨਰਜ਼ ਦਾ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ, ਰਿਲੇਸ਼ਨ ਬਿਟਵੀਨ ਕਮਿਊਨਿਟੀ
ਕਮਿਊਨਿਟੀ ਦੇ ਸਮੁਦਾਵਾਂ ਦੇ ਵਿੱਚ ਆਪਸੀ ਜਿਹੜਾ ਸੰਬੰਧ ਹੈ ਉਸ ਨੂੰ ਦਰਸਾਉਂਦਾ ਹੈ ਜੀ। ਇਹ ਜਿਹੜਾ ਮਾਡਲ ਹੈ, ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦ ਪਾਇਨੀਅਰ ਆਰਕੀਟੈਕਟ ਆਫ ਸਾਈਕੋ ਐਨਾਲਾਈਟਿਕ ਥਿਊਰੀ ਇਜ਼, ਹਾਂਜੀ ਸਾਈਕੋ ਐਨਾਲਾਈਟਿਕ ਥਿਊਰੀ ਹੈ ਜਿਹੜੀ, ਇਹ ਕਿਸ ਮਨੋਵਿਸ਼ਲੇਸ਼ਣਾਤਮਕ ਜਿਹੜਾ ਸਿਧਾਂਤ ਹੈ ਕਿਸ ਨੇ ਇਹ ਵਿਕਸਿਤ ਕੀਤਾ ਸੀ ਜੀ। ਤਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਸਿਗਮੰਡ ਫਰਾਇਡ ਦੇ ਦੁਆਰਾ ਇਹ ਜਿਹੜਾ ਸਿਧਾਂਤ ਦਿੱਤਾ ਗਿਆ ਸੀ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਐਕਟੀਵਿਟੀਜ਼ ਕੈਨ ਬੀ ਕੰਡਕਟਡ ਐਟ ਪ੍ਰੀ ਸਕੂਲ ਸੈਂਟਰ ਫॉर ਸੋਸ਼ਲ ਡਿਵੈਲਪਮੈਂਟ ਆਫ ਚਿਲਡਰਨ, ਹਾਂਜੀ ਬੱਚਿਆਂ ਦੇ ਸਮਾਜਿਕ ਵਿਕਾਸ ਦੇ ਲਈ ਇੱਕ ਪ੍ਰੀ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਨੇ, ਇਹਨਾਂ ਦੇ ਵਿੱਚੋਂ ਕਿਹੜੀ ਗਤੀਵਿਧੀ ਕਰਵਾਈ ਜਾ ਸਕਦੀ ਹੈ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਆਲ ਆਫ ਦੀ ਅਬਵ। ਜਿਵੇਂ ਕਿ ਤਿਉਹਾਰਾਂ ਨੂੰ ਮਨਾਉਣਾ, ਨੈਸ਼ਨਲ ਜਿਹੜੇ ਫੈਸਟੀਵਲ ਨੇ, ਰਾਸ਼ਟਰੀ ਤਿਉਹਾਰ ਨੇ ਉਹਨਾਂ ਨੂੰ ਮਨਾਉਣਾ ਜੀ, ਅਤੇ ਬਰਥਡੇ ਨੇ ਜਿਹੜੇ ਬੱਚਿਆਂ ਦੇ ਉਹਨਾਂ ਨੂੰ ਸੈਲੀਬ੍ਰੇਟ ਕਰਨਾ। ਇਹ ਸਾਰੀਆਂ ਹੀ ਜਿਹੜੀਆਂ ਗਤੀਵਿਧੀਆਂ ਨੇ ਬੱਚੇ ਦੇ ਸਮਾਜਿਕ ਵਿਕਾਸ ਦੇ ਵਿੱਚ ਯੋਗਦਾਨ ਦਿੰਦੀਆਂ ਨੇ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਕੂਲ ਦੇ ਵਿੱਚ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਨੇ ਪ੍ਰੀ ਸਕੂਲ ਦੇ ਵਿੱਚ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਫਰੈਂਡਸ, ਇਸ ਦੇ ਨਾਲ ਹੀ ਆਪਣੀ ਇਹ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ। ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ। ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਥੈਂਕ ਯੂ ਫॉर ਵਾਚਿੰਗ।